ਗੁੱਡ ਈਵਨਿੰਗ ਜੀ। ਸਵਾਗਤ ਹੈ ਤੁਹਾਡੇ ਆਪਣੇ ਸਟੱਡੀ ਚੈਨਲ ਦੇ ਵਿੱਚ ਆਰਐਚ ਸਟੱਡੀ ਦੇ ਵਿੱਚ। ਆਪਣੇ ਕਲਾਸਿਸ ਸੀ ਜੋ ਮੁਗਲ ਸਾਮਰਾਜ ਦੇ ਨਾਲ ਚੱਲ ਰਹੀਆਂ ਸੀ, ਪਰ ਆਪਣਾ ਨਾ ਇਸ ਦੇ ਵਿੱਚ ਇੱਕ ਟੌਪਿਕ ਰਹਿ ਗਿਆ ਸੀ ਹਾਫ। ਆਪਾਂ ਸਭ ਤੋਂ ਪਹਿਲਾਂ ਜੋ ਕੀਤਾ ਸੀਗਾ ਬਾਬਰ ਤੋਂ ਲੈ ਕੇ ਔਰੰਗਜ਼ੇਬ ਦੀ ਜਿਹੜੀ ਭਵਨ ਨਿਰਮਾਣ ਕਰਨ ਬਾਰੇ ਕੀਤਾ ਸੀ। ਉਸ ਤੋਂ ਬਾਅਦ ਆਪਾਂ ਪ੍ਰੋਪਰ ਕਲਾਸਾਂ ਕੀਤੀਆਂ ਸੀਗੀਆਂ। ਇਸ ਤੋਂ ਬਾਅਦ ਜਿਹੜਾ ਆਪਣਾ ਇੱਕ ਲੈਕਚਰ ਰਹਿ ਗਿਆ ਸੀਗਾ, ਆਪਾਂ ਹੁਣ ਤੱਕ ਪੜ੍ਹਿਆ ਸੀ। ਦੇਖੋ, ਮੁਗਲਾਂ ਦੇ ਇਤਿਹਾਸ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਨੇ। ਇਤਿਹਾਸ ਦੇ ਵਿੱਚ ਦੋ ਭਾਗਾਂ ਦੇ ਵਿੱਚ ਪਹਿਲਾ ਪੂਰਵ ਮੁਗਲ ਕਾਲ ਦੇ, ਦੂਸਰਾ ਗਾ ਉੱਤਰ ਮੁਗਲ ਕਾਲ। ਹੁਣ ਤੱਕ ਆਪਾਂ ਨੇ ਜੋ ਪੜ੍ਹਿਆ ਨਾ ਉਹ ਪੂਰਵ ਮੁਗਲ ਕਾਲ ਦੇ ਵਿੱਚ ਪੜ੍ਹਿਆ, ਜਿਹਦੇ ਵਿੱਚ ਆਪਾਂ ਨੇ ਕਿਹੜੇ ਪੜ੍ਹੇ ਨੇ? ਬਾਬਰ, ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਂ ਤੇ ਔਰੰਗਜ਼ੇਬ, ਹਨਾ। ਇਸ ਤੋਂ ਬਾਅਦ ਜਿਹੜਾ ਅੱਜ ਆਪਣਾ ਟੌਪਿਕ ਸਟਾਰਟ ਹੋਵੇਗਾ ਉਹ ਹੋਵੇਗਾ ਉੱਤਰ ਮੁਗਲ ਕਾਲ, ਕਿਉਂਕਿ ਜਿਹੜੀ ਵੀ ਚੀਜ਼ ਆਪਾਂ ਸਟਾਰਟ ਕਰੀਏ ਉਹ ਆਪਣੀ ਪ੍ਰੋਪਰ ਹੋਣੀ ਚਾਹੀਦੀ ਹੈ ਨਾ। ਉਸ ਤੋਂ ਬਾਅਦ ਦੇਖੋ ਆਪਣਾ ਲੈਕਚਰ ਸਟਾਰਟ ਹੁੰਦਾ। ਹੁਣ ਆਪਾਂ ਜੋ ਹੁਣ ਤੱਕ ਪੜ੍ਹਿਆ ਇਹਨਾਂ ਪੰਜਾਂ ਬਾਰੇ ਪੜ੍ਹਿਆ ਗਾ, ਬਾਬਰ, ਹਿਮਾਯੂ, ਅਕਬਰ, ਜਹਾਂਗੀਰ ਤੇ ਸ਼ਾਹਜਹਾਂ, ਔਰੰਗਜ਼ੇਬ। ਹੁਣ ਇਹ ਉਹ ਸ਼ਾਸਕ ਹੋਏ ਨੇ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਜਾਂ ਬਹੁਤ ਕੁਝ ਬਣਾਇਆ ਇੰਡੀਆ ਦੇ ਵਿੱਚ। ਇਹ ਬਹੁਤ ਸ਼ਕਤੀਸ਼ਾਲੀ ਸ਼ਾਸਕ ਸੀ, ਜਿਨ੍ਹਾਂ ਦੇ ਨਾਮ ਤੋਂ ਹੀ ਕੀ ਕਰਦੇ ਸੀ, ਜਿਹੜੇ ਵਿਦੇਸ਼ੀ ਵੀ ਭਾਰਤ ਦੇ ਵਿੱਚ ਆਉਣ ਤੋਂ ਡਰਦੇ ਸੀ। ਪਰ ਜਿਹੜਾ ਔਰੰਗਜ਼ੇਬ ਦੀ ਮੌਤ ਤੋਂ ਬਾਅਦ, ਜਦੋਂ ਔਰੰਗਜ਼ੇਬ ਦੀ ਮੌਤ ਹੋਈ ਹੈ ਤਾਂ ਇੰਡੀਆ ਦੇ ਵਿੱਚ ਜਿਹੜਾ ਮੁਗਲਾਂ ਦਾ ਦਬਦਬਾ ਸੀ ਉਹ ਕਮਜ਼ੋਰ ਪੈ ਗਿਆ ਸੀਗਾ। ਕਮਜ਼ੋਰ ਕਿਉਂ ਪੈ ਗਿਆ ਸੀ? ਕਿਉਂਕਿ ਜਿਹੜੇ ਇਸ ਤੋਂ ਬਾਅਦ ਦੇ ਉੱਤਰਾਧਿਕਾਰੀ ਹੋਏ ਨੇ ਨਾ, ਉਹ ਥੋੜ੍ਹੇ ਜਿਹੇ ਜ਼ਿਆਦਾ ਕੀ ਹੋ ਚੱਲੇ ਨੇ, ਕਮਜ਼ੋਰ ਸੀਗੇ। ਉਹ ਕਮਜ਼ੋਰ ਰਹੇ ਨੇ। ਕਿਉਂ ਰਹੇ ਨੇ? ਕਿਉਂਕਿ ਉਹਨਾਂ ਨੇ ਜਿਹੜਾ ਆਪਾਂ ਇਹ ਕਹਿ ਲਈਏ ਕਿ ਰਾਜ ਭਾਗ ਦੀ ਉਹ ਸਹੀ ਵਾਗਡੋਰ ਸੀ, ਉਹ ਸੰਭਾਲੀ ਨਹੀਂ ਹੈਗੀ, ਸਹੀ ਕੰਮ ਨਹੀਂ ਕੀਤੇ। ਹੁਣ ਦੇਖੋ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਇਸ ਦੇ 4 ਪੁੱਤਰ ਸੀ, ਜਿਨ੍ਹਾਂ ਤੋਂ ਅੱਗੇ ਕੀ ਸਟਾਰਟਿੰਗ ਹੋਈ ਹੈ ਮੁਗਲ ਸਾਮਰਾਜ ਦੀ, ਫਿਰ ਤੋਂ ਸਟਾਰਟਿੰਗ ਹੋਈ ਹੈ, ਜਿਸ ਨੂੰ ਕਿਹੜੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਗਾ? ਉੱਤਰ ਮੁਗਲ ਕਾਲ ਦੇ ਵਿੱਚ। ਹੁਣ ਦੇਖੋ ਇਹਦੇ ਵਿੱਚ ਕਿਹੜੇ ਰਾਜੇ ਸੀ? ਬਹਾਦਰ ਸ਼ਾਹ, ਜਹਾਂਗੀਰ ਸ਼ਾਹ, ਫੁਰਖ ਸ਼ਾਹ, ਰਫੀ ਉਦ ਦਰਜਾਤ, ਰਫੀ ਉਦ ਦੌਲਾ, ਮੁਹੰਮਦ ਸ਼ਾਹ, ਅਹਿਮਦ ਸ਼ਾਹ, ਆਲਮਗੀਰ ਦੂਸਰਾ, ਸ਼ਾਹਜਹਾਂ ਤੀਸਰਾ, ਸ਼ਾਹ ਆਲਮ ਦੂਸਰਾ, ਅਕਬਰ ਦੂਸਰਾ ਤੇ ਬਾਦਸ਼ਾਹ ਜ਼ਫਰ। ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਬਹਾਦਰ ਸ਼ਾਹ ਵਾਰੀ। ਬਹਾਦਰ ਸ਼ਾਹ ਵਾਰੀ ਭਾਵ ਜਿਹਨੂੰ ਸ਼ਾਹ ਆਲਮ ਵੀ ਕਿਹਾ ਜਾਂਦਾ ਗਾ, ਸ਼ਾਹ ਆਲਮ ਪਹਿਲਾ। ਮੁਆਜ਼ਮ ਜੋ ਔਰੰਗਜ਼ੇਬ ਦਾ ਕੀ ਸੀਗਾ? ਪੁੱਤਰ ਸੀ ਮੁਆਜ਼ਮ। ਹੁਣ ਦੇਖੋ ਇਸ ਤੋਂ ਅੱਗੇ ਆਪਾਂ ਇਹਦੇ ਔਰੰਗਜ਼ੇਬ ਦੇ 4 ਪੁੱਤਰਾਂ ਦੇ ਬਾਰੇ ਵੀ ਕਰਾਂਗੇ। ਮੁਆਜ਼ਮ ਜੋ ਔਰੰਗਜ਼ੇਬ ਦਾ ਪੁੱਤਰ ਸੀਗਾ, ਉਹ ਕੀ ਬਣਿਆ ਸੀ? ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉੱਤਰਾਧਿਕਾਰੀ ਬਣਿਆ ਸੀ, ਅਤੇ ਇਸ ਤੋਂ ਬਾਅਦ ਸ਼ਾਹ ਆਲਮ ਦੇ ਨਾਮ ਨਾਲ ਕੀ ਹੋਇਆ ਸੀ? ਇਹ ਪ੍ਰਸਿੱਧ ਬਣਿਆ ਸੀ। ਇਤਿਹਾਸ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਬਹਾਦਰ ਸ਼ਾਹ ਜ਼ਫਰ ਸੀ ਜਾਂ ਸ਼ਾਹ ਆਲਮ ਸੀ ਨਾ, ਇੱਥੋਂ ਤੱਕ ਦਾ ਜਿਹੜਾ ਮੁਗਲ ਕਾਲ ਦਾ ਸਮਾਂ ਸੀ ਉਹ ਬਹੁਤ ਜ਼ਿਆਦਾ ਬੈਸਟ ਚੱਲ ਰਿਹਾ ਸੀਗਾ। ਪਰ ਇਸ ਤੋਂ ਬਾਅਦ ਕੀ ਹੋ ਗਏ ਸੀ? ਬਹੁਤ ਜ਼ਿਆਦਾ ਕਮਜ਼ੋਰ ਹੋ ਗਏ ਸੀ। ਇਹ ਲਾਸਟ ਰਾਜਾ ਸੀ ਮੁਗਲ ਸਾਮਰਾਜ ਦਾ ਜਿਹੜਾ ਕੀ ਕਰਕੇ ਗਿਆ? ਵਧੀਆ ਕੰਮ ਕਰਕੇ ਗਿਆ। ਪਰ ਜਿੰਨੇ ਇਸ ਤੋਂ ਬਾਅਦ ਆਏ ਨੇ ਸਾਰੇ ਕੀ ਸੀਗੇ? ਸੁਸਤ ਕਿਸਮ ਦੇ ਇਨਸਾਨ ਆਏ ਨੇ। ਹੁਣ ਦੇਖੋ ਇਹ ਸ਼ਾਹ ਆਲਮ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ, ਜੋ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋਈ ਹੈ। 1707 ਦੇ ਵਿੱਚ 63 ਸਾਲ ਦੀ ਉਮਰ ਦੇ ਵਿੱਚ, 63 ਸਾਲ ਦੀ ਏਜ ਦੇ ਵਿੱਚ ਇਹ ਸ਼ਾਸਕ ਬਣਿਆ। ਇਸ ਨੂੰ ਸ਼ਾਹ ਏ ਬੇਖਬਰ ਵੀ ਕਿਹਾ ਜਾਂਦਾ ਹੈ। ਸ਼ਾਹ ਏ ਬੇਖਬਰ ਵੀ ਕਿਹਾ ਜਾਂਦਾ ਗਾ। ਹੁਣ ਦੇਖੋ ਆਪਾਂ ਖੁਦ ਹੀ ਅੰਦਾਜ਼ਾ ਲਾ ਲੈਂਦੇ ਹਾਂ ਨਾ, 1707 ਦੇ ਵਿੱਚ 63 ਸਾਲ ਦੀ ਏਜ ਦੇ ਵਿੱਚ, ਭਾਵ ਜਿਹੜੀ ਯੰਗ ਏਜ ਸਾਰੀ ਲੰਘ ਗਈ। ਉਸ ਤੋਂ ਬਾਅਦ ਇਹ ਸ਼ਾਸਕ ਬਣਿਆ। ਪਰ ਕੁਝ ਹੱਦ ਤੱਕ ਕੀ ਰਿਹਾ? ਇਸ ਦੇ ਟਾਈਮ ਤੱਕ ਮੁਗਲਾਂ ਦਾ ਸਮਾਂ ਵਧੀਆ ਰਿਹਾ। ਇਸ ਤੋਂ ਬਾਅਦ ਕੀ ਹੋਇਆ? ਬਹੁਤ ਹੀ ਲੈਂਦਾ ਭਾਵ ਨੀਚੇ ਉਤਰ ਗਿਆ। ਹੁਣ ਦੇਖੋ ਇਸਨੇ ਹਿੰਦੂਆਂ ਨਾਲ ਸਹਿਣਸ਼ੀਲਤਾ ਦੀ ਨੀਤੀ ਅਪਣਾਈ। ਇਸ ਦੇ ਚੰਗੇ ਕੰਮਾਂ ਦੇ ਵਿੱਚ ਜੇਕਰ ਆਪਾਂ ਦੇਖੀਏ, ਕਿਸਨੇ? ਸ਼ਾਹ ਆਲਮ ਨੇ ਜਾਂ ਬਹਾਦਰ ਸ਼ਾਹ ਨੇ ਹਿੰਦੂਆਂ ਦੇ ਨਾਲ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਸੀਗੀ। ਹਿੰਦੂਆਂ ਦੇ ਨਾਲ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਸੀ। ਪਰ ਇਸਦੇ ਪਿਤਾ ਨੇ ਕੀ ਕੀਤਾ ਸੀਗਾ? ਉਸਨੇ ਜੋ ਕੰਮ ਕੀਤਾ ਸੀ, ਹਿੰਦੂਆਂ ਦੇ ਮੰਦਿਰ ਤੜਵਾਤੇ ਸੀ, ਹਿੰਦੂਆਂ ਦੇ ਨਾਲ ਘਿਰਨਾ ਕਰਦਾ ਸੀ, ਹਿੰਦੂਆਂ ਨੂੰ ਕੀ ਕਰਦਾ ਸੀ? ਉਹ ਮੁਸਲਮਾਨੀ ਧਰਮ ਦੇ ਵਿੱਚ ਆਉਣ ਵਾਸਤੇ ਪ੍ਰੇਰਿਤ ਕਰਦਾ ਸੀਗਾ। ਜੇਕਰ ਕੋਈ ਨਹੀਂ ਆਉਂਦਾ ਸੀ ਤਾਂ ਉਹ ਕੀ ਕਰਵਾਉਂਦਾ ਸੀ? ਉਹਦੇ ਵਿਰੋਧ ਵਿੱਚ ਜਾਂਦਾ ਸੀ। ਇਸ ਤੋਂ ਬਾਅਦ 1711 ਦੇ ਵਿੱਚ ਇਸ ਦੇ ਦਰਬਾਰ ਦੇ ਵਿੱਚ ਜੋ ਸੂਆ ਕੈਟਲਰ ਦੇ ਅਧੀਨ ਇੱਕ ਡੱਚ ਵੀ ਆਇਆ। ਇੱਕ ਡੱਚ ਦਾ ਆਪਾਂ ਇਹ ਕਹਿ ਸਕਦੇ ਸਮੂਹ ਆਇਆ ਸੀ ਇਹਨਾਂ ਦਾ। ਉਸ ਤੋਂ ਬਾਅਦ 1712 ਦੇ ਵਿੱਚ ਇਸ ਦੀ ਮੌਤ ਹੋ ਗਈ ਅਤੇ ਮੁਗਲ ਸਾਮਰਾਜ ਫਿਰ ਬਿਖਰ ਗਿਆ। 1712 ਦੇ ਵਿੱਚ ਕੀ ਹੋ ਗਈ ਸੀ? ਇਸ ਦੀ ਮੌਤ ਹੋ ਗਈ ਸੀ। ਜੇਕਰ ਦੇਖਿਆ ਜਾਵੇ ਇਹਨਾਂ ਦਾ ਟਾਈਮ ਪੀਰੀਅਡ, 1707 ਦੇ ਵਿੱਚ ਇਹ ਸਿੰਘਾਸਨ ਤੇ ਬੈਠਾ ਹੈ। 1712 ਦੇ ਵਿੱਚ ਇਹਦੀ ਕੀ ਹੋ ਗਈ? ਡੈਥ ਹੋ ਗਈ। ਤਾਂ ਕਿੰਨਾ ਸਮਾਂ ਰਿਹਾ ਇਹ? 3 ਸਾਲ ਉਹ ਲਾ ਲਓ, 2 ਇਹ ਲਾ ਲਓ, ਲਗਾਤਾਰ ਕੀ ਰਿਹਾ? 5 ਸਾਲ। 5 ਸਾਲ ਰਿਹਾ ਇਹ ਸਿੰਘਾਸਨ ਦੇ ਉੱਪਰ। ਉਸ ਤੋਂ ਬਾਅਦ ਦੇਖੋ
ਇਸ ਦਾ ਜਿਹੜਾ ਸਰੀਰ ਸੀਗਾ, ਭਾਵ ਇਸ ਦੀ ਮੌਤ ਤੋਂ ਬਾਅਦ 10 ਹਫ਼ਤਿਆਂ ਤੋਂ ਬਾਅਦ ਇਸ ਦਾ ਕੀ ਕੀਤਾ ਗਿਆ ਸੀਗਾ, ਦਿੱਲੀ ਦੇ ਵਿੱਚ ਇਸ ਨੂੰ ਦਫਨਾਇਆ ਗਿਆ ਸੀ। ਮੌਤ ਤੋਂ 10 ਹਫ਼ਤਿਆਂ ਦੇ ਬਾਅਦ ਵੀ ਕੀ ਕੀਤਾ ਗਿਆ, ਇਹ ਰੱਖਿਆ ਗਿਆ ਸੀ। ਉਸ ਤੋਂ ਬਾਅਦ ਇਹ ਦਫਨਾਇਆ ਗਿਆ ਸੀ ਕਿੱਥੇ, ਦਿੱਲੀ ਦੇ ਵਿੱਚ। ਉਸ ਤੋਂ ਬਾਅਦ ਦੇਖੋ ਇਸ ਦੇ 4 ਪੁੱਤਰ ਸੀਗੇ, ਇਸ ਦੇ 4 ਪੁੱਤਰ ਸੀਗੇ, ਜਹਾਂਦਰ ਸ਼ਾਹ, ਅਜ਼ੀਮ ਉਸ ਖਾਨ, ਰਫੀ ਉਸ ਖਾਨ ਤੇ ਜਹਾਨ ਸ਼ਾਹ। ਠੀਕ ਹੈ ਜੀ, ਅੱਗੇ ਆਪਾਂ ਇਹਨਾਂ ਬਾਰੇ ਕਰਾਂਗੇ। ਹੁਣ ਦੇਖੋ ਉਸ ਤੋਂ ਬਾਅਦ ਹੁਣ ਪਹਿਲਾਂ ਕਿਹੜਾ ਆ ਗਿਆ, ਜਹਾਂਦਰ ਸ਼ਾਹ। 1712 ਦੇ ਵਿੱਚ ਜਦੋਂ ਇਹਦੇ ਪਿਤਾ ਦੀ ਡੈਥ ਹੋਈ ਹੈ, ਮੌਤ ਤੋਂ ਬਾਅਦ 1712 ਦੇ ਵਿੱਚ ਜਹਾਂਦਰ ਸ਼ਾਹ ਗੱਦੀ ਉੱਪਰ ਬੈਠਿਆ, ਸਿੰਘਾਸਨ ਉੱਪਰ। ਇਹ ਆਪਣੇ 3 ਭਰਾਵਾਂ ਨੂੰ ਹਰਾ ਕੇ ਸ਼ਾਸਕ ਬਣਿਆ। 3 ਭਰਾ ਇਹਦੇ ਕਿਹੜੇ ਸੀਗੇ, ਜਿਵੇਂ ਆਪਾਂ ਉੱਪਰ ਕੀਤੇ ਨੇ ਨਾ, ਇਹ ਜਹਾਂਦਰ ਸ਼ਾਹ ਨੇ ਕਿਹੜੇ ਹਰਾਏ ਸੀ, ਅਜ਼ੀਮ ਉਸ ਖਾਨ, ਰਫੀ ਉਸ ਖਾਨ ਤੇ ਜਹਾਨ ਸ਼ਾਹ। ਇਹਨਾਂ ਤਿੰਨਾਂ ਨੂੰ ਹਰਾ ਕੇ ਜਹਾਂਦਰ ਸ਼ਾਹ ਕੀ ਬਣਿਆ ਸੀਗਾ, ਸਿੰਘਾਸਨ ਦਾ ਰਾਜਾ ਬਣਿਆ ਸੀ, ਇਹ ਸਿੰਘਾਸਨ ਦੇ ਉੱਪਰ ਬੈਠਿਆ ਸੀਗਾ। ਪਰ ਇਸ ਨੂੰ ਮੂਰਖ ਰਾਜਾ ਵੀ ਕਿਹਾ ਜਾਂਦਾ, ਪਰ ਇਸ ਨੂੰ ਮੂਰਖ ਰਾਜਾ ਵੀ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ, ਕਿਉਂਕਿ ਖੁਦ ਇਹ ਸਿੰਘਾਸਨ ਦੇ ਉੱਪਰ ਬੈਠਾ ਸੀਗਾ। ਪਰ ਸਿੰਘਾਸਨ ਦੇ ਉੱਪਰ ਬੈਠਣ ਦੇ ਬਾਵਜੂਦ ਵੀ ਕੀ ਕੀਤਾ ਸੀ ਇਹਨੇ, ਜਿਹੜਾ ਸ਼ਾਸਨ ਦਾ ਕੰਮ ਸੀਗਾ ਆਪਣਾ, ਜਨਤਾ ਦੇ ਕੰਮਾਂ ਦੇ ਇਹਨੇ ਖੁਦ ਨਹੀਂ ਕੰਮ ਕੀਤੇ ਸੀ ਸਿੰਘਾਸਨ ਤੇ ਬੈਠ ਕੇ, ਬਲਕਿ ਦੂਸਰੇ ਤੋਂ ਕਰਵਾਏ ਸੀ। ਭਾਵ ਸ਼ਕਤੀਆਂ ਦੇ ਕੋਲ ਹੈਗੀਆਂ ਸੀ, ਪਰ ਇਹਨੇ ਆਪਣੀ ਸ਼ਕਤੀਆਂ ਦੀ ਵਰਤੋਂ ਕਰਨ ਵਾਸਤੇ ਕਿਸ ਨੂੰ ਰੱਖਿਆ ਸੀ, ਦੂਸਰੇ ਇਨਸਾਨ ਨੂੰ ਰੱਖਿਆ ਸੀ। ਭਾਵ ਫਿਰ ਇਹ ਤਾਂ ਉਹੀ ਹੋ ਗਿਆ ਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕੀ ਹੈ, ਰਾਸ਼ਟਰਪਤੀ ਇੱਕ ਰਬੜ ਦੀ ਮੋਹਰ ਆ, ਹੈ ਨਾ, ਉਹ ਕੰਮ ਹੋ ਗਿਆ ਸੀ ਇਹਦਾ। ਕਿ ਹੈਗਾ ਤਾਂ ਸਭ ਤੋਂ ਵੱਡਾ ਸੀਗਾ, ਪਰ ਕੀ ਕੀਤਾ ਜਾਂਦਾ ਸੀਗਾ, ਇਹਦਾ ਕੰਮ ਕੋਈ ਹੋਰ ਕਰ ਰਿਹਾ ਸੀਗਾ, ਸਿਰਫ ਨਾਮ ਦਾ ਸ਼ਾਸਕ ਬਣਿਆ ਹੋਇਆ ਸੀਗਾ। ਉਸ ਤੋਂ ਬਾਅਦ ਦੇਖੋ, ਪਰ ਇਸ ਨੂੰ ਮੂਰਖ ਵੀ ਕਿਹਾ ਜਾਂਦਾ ਗਾ। ਇਸ ਦੇ ਸ਼ਾਸਨ ਕਾਲ ਦੇ ਵਿੱਚ ਸਾਮਰਾਜ ਪੂਰਾ ਇਸ ਦੇ ਵਜ਼ੀਰ ਜ਼ੁਲਫੀਕਾਰ ਦੇ ਅਧੀਨ ਸੀਗਾ। ਹੁਣ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇਸ ਦੇ ਸ਼ਾਸਨ ਕਾਲ ਦੇ ਵਿੱਚ ਸਾਮਰਾਜ ਦਾ ਪੂਰਾ ਜਿਹੜਾ ਕੰਮ ਸੀ ਕੌਣ ਸੰਭਾਲਦਾ ਸੀ, ਇਸ ਦਾ ਵਜ਼ੀਰ ਸੰਭਾਲਦਾ ਸੀ। ਕੀ ਨਾਮ ਸੀ ਉਸਦਾ, ਜ਼ੁਲਫੀਕਾਰ। ਉਸ ਤੋਂ ਬਾਅਦ ਦੇਖੋ ਕੰਮ ਵੀ ਸੰਭਾਲਦਾ ਸੀ। ਹੁਣ ਦੇਖੋ ਅੱਗੇ ਉਹਨੇ ਆਪਦੀ ਫੈਮਿਲੀ ਪਲੈਨਿੰਗ ਸ਼ੁਰੂ ਕਰਤੀ ਜ਼ੁਲਫੀਕਾਰ ਨੇ। ਜ਼ੁਲਫੀਕਾਰ ਦੇ ਪਿਤਾ ਨੂੰ ਇਸਨੇ ਕਾਹਦਾ ਅਹੁਦਾ ਦਿੱਤਾ ਹੋਇਆ ਸੀ, ਵਕੀਲ ਬਣਾਇਆ ਹੋਇਆ ਸੀ। ਉਹ ਤਾਂ ਹੋਊਗਾ ਹੀ ਨਾ, ਕਿਉਂਕਿ ਉਹ ਇਨਸਾਨ ਜਿਹੜਾ ਕਿਹੜਾ ਇੰਨੇ ਵੱਡੇ ਅਹੁਦੇ 'ਤੇ ਜਾ ਰਿਹਾ, ਜਦੋਂ ਖੁਦ ਉਹੀ ਕੰਮ ਸੰਭਾਲ ਰਿਹਾ ਤਾਂ ਉਹ ਅੱਗੇ ਆਪਣੀ ਫੈਮਿਲੀ ਪਲੈਨਿੰਗ ਵੀ ਸ਼ੁਰੂ ਕਰੂਗਾ। ਹੁਣ ਉਹ ਖੁਦ ਵੀ ਸ਼ਾਸਨ ਦਾ ਕੀ ਬਣਿਆ ਬੈਠਾ ਸੀ, ਰਾਜਾ ਬਣਿਆ ਬੈਠਾ ਸੀ ਜ਼ੁਲਫੀਕਾਰ, ਤੇ ਆਪਣੇ ਪਿਤਾ ਨੂੰ ਵੀ ਕੀ ਬਣਾ ਲਿਆ, ਵਕੀਲ ਬਣਾ ਲਿਆ ਨਾਲ। ਉਸ ਤੋਂ ਬਾਅਦ ਦੇਖੋ ਇਸ ਦੇ ਸ਼ਾਸਨ ਕਾਲ ਦੇ ਵਿੱਚ ਜਜ਼ੀਆ ਕਰ ਸੀ ਜੋ ਸਮਾਪਤ ਕਰ ਦਿੱਤਾ ਗਿਆ ਸੀਗਾ। ਇਸ ਦੇ ਸ਼ਾਸਨ ਕਾਲ ਦੇ ਵਿੱਚ ਜੋ ਜਜ਼ੀਆ ਕਰ ਸੀ ਉਹ ਸਮਾਪਤ ਕਰ ਦਿੱਤਾ ਗਿਆ ਸੀਗਾ। ਜਹਾਂਦਰ ਸ਼ਾਹ ਦੇ ਭਤੀਜੇ ਫੁਰਖਸ਼ਿਆਰ ਨੇ ਇਸ ਦੀ ਹੱਤਿਆ ਕਰ ਦਿੱਤੀ ਅਤੇ ਸਿੰਘਾਸਨ ਉੱਪਰ ਕਬਜ਼ਾ ਕਰ ਲਿਆ। ਹੁਣ ਦੇਖੋ ਜਹਾਂਦਰ ਸ਼ਾਹ ਦਾ ਜੋ ਭਤੀਜਾ ਸੀਗਾ ਫੁਰਖਸ਼ਿਆਰ, ਉਸਨੇ ਧੋਖੇ ਨਾਲ ਕਿਸੇ ਦੀ ਸਹਾਇਤਾ ਦੇ ਨਾਲ ਇਸ ਦੀ ਹੱਤਿਆ ਕਰਵਾ ਦਿੱਤੀ ਜਾਂ ਕਰ ਦਿੱਤੀ ਅਤੇ ਸਿੰਘਾਸਨ ਦੇ ਉੱਪਰ ਕਬਜ਼ਾ ਕਰ ਲਿਆ। ਤੇ ਇਸ ਤੋਂ ਅੱਗੇ ਜਿਹੜਾ ਰਾਜਾ ਆਊਗਾ ਕਿਹੜਾ ਆਊਗਾ, ਫੁਰਖਸ਼ਿਆਰ ਦਾ ਹੋਊਗਾ। ਇਹ ਟੌਪਿਕ ਕਰਾਂਗੇ ਆਪਾਂ ਕੱਲ੍ਹ ਨੂੰ ਤਕਰੀਬਨ ਆਪਣਾ ਜਿਹੜਾ ਇਹ ਉੱਤਰ ਮੁਗਲ ਕਾਲ ਵਾਲਾ ਟੌਪਿਕ ਹੈ ਸਮਾਪਤ ਹੋ ਜਾਊਗਾ। ਉਸ ਤੋਂ ਬਾਅਦ ਇੱਕ ਆਪਾਂ ਨਵੇਂ ਟੌਪਿਕ ਦੇ ਨਾਲ ਜਿਹੜੀ ਹਿਸਟਰੀ ਦੀ ਕਲਾਸਾਂ ਨੇ ਉਹਨਾਂ ਨੂੰ ਅੱਗੇ ਸਟਾਰਟਿੰਗ ਕਰਾਂਗੇ। ਸੋ ਥੈਂਕ ਯੂ। ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਸਾਡੇ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ। ਤੁਸੀਂ ਹੁਣ ਤੱਕ ਬਹੁਤ ਸਾਥ ਦਿੱਤਾ, ਬਹੁਤ ਪਿਆਰ ਦਿੱਤਾ, ਅੱਗੇ ਵੀ ਇਸ ਤਰ੍ਹਾਂ ਹੀ ਕਰਦੇ ਰਹੋ। ਸੋ ਥੈਂਕ ਯੂ, ਟੇਕ ਕੇਅਰ, ਬਾਏ ਬਾਏ। ਮਿਲਦੇ ਹਾਂ ਕੱਲ੍ਹ ਨੂੰ ਇੱਕ ਨਵੀਂ ਕਲਾਸ ਦੇ ਨਾਲ। ਸੋ ਥੈਂਕ ਯੂ।